ਸਵਾਗਤ ਹੈ ਜੀ ਤੁਹਾਡਾ ਟੀਚਰ ਚੈਨਲ ਵਿੱਚ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਕਨੋਮਿਕਸ ਦੀ ਜੋ ਇੰਪੋਰਟੈਂਟ ਪ੍ਰਸ਼ਨ ਲੜੀ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਅਗਲੇ ਪ੍ਰਸ਼ਨ ਕਰਨ ਜਾ ਰਹੇ ਹਾਂ। ਪ੍ਰਸ਼ਨ ਨੰਬਰ 26 ਹੈ, ਉਹ ਨਿਵੇਸ਼ ਜਿਸ ਨਾਲ ਪੂੰਜੀ ਦੇ ਸਟਾਕ ਵਿੱਚ ਵਾਧਾ ਹੁੰਦਾ ਹੈ ਉਹ ਨਿਵੇਸ਼ ਦੀ ਕਿਹੜੀ ਕਿਸਮ ਹੈ? ਉਹ ਹੁੰਦੀ ਹੈ ਜੀ ਸ਼ੁੱਧ ਨਿਵੇਸ਼, ਨੈਟ ਇਨਵੈਸਟਮੈਂਟ। ਠੀਕ ਹੈ ਜੀ, ਇੱਥੇ ਪ੍ਰਤੀਸਥਾਪਨ ਨਿਵੇਸ਼ ਨੂੰ ਵੀ ਯਾਦ ਕਰ ਲੈਣਾ ਕਿਉਂਕਿ ਜਿਹੜੀ ਟੋਟਲ ਇਨਵੈਸਟਮੈਂਟ ਹੁੰਦੀ ਆ ਉਹ ਸ਼ੁੱਧ ਨਿਵੇਸ਼ ਤੇ ਪ੍ਰਤੀਸਥਾਪਨ ਨਿਵੇਸ਼ ਦਾ ਪਲੱਸ ਹੁੰਦੀ ਆ। ਠੀਕ ਹੈ, ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੁੰਦਾ ਆ ਜਦੋਂ ਪੂੰਜੀਗਤ ਪਦਾਰਥਾਂ ਦੀ ਮੁਰੰਮਤ, ਮਤਲਬ ਜਿੱਦਾਂ ਮਸ਼ੀਨਾਂ ਹੋ ਗਈਆਂ ਉਹਨਾਂ ਦੀ ਮੁਰੰਮਤ ਤੇ ਉਹਨਾਂ ਦੀ ਰੀਪਲੇਸਮੈਂਟ ਵਾਸਤੇ ਜਾਂ ਉਹਨਾਂ ਦੀ ਨਵੀਨੀਕਰਨ ਦੇ ਵਾਸਤੇ ਸਾਨੂੰ ਜੋ ਧਨ ਖਰਚ ਕਰਨਾ ਪੈਂਦਾ ਹੈ ਦੁਬਾਰਾ ਇਨਵੈਸਟਮੈਂਟ ਦੇ ਰੂਪ ਵਿੱਚ, ਉਸ ਨੂੰ ਅਸੀਂ ਪ੍ਰਤੀਸਥਾਪਨ ਨਿਵੇਸ਼ ਕਹਿੰਦੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਜਦੋਂ ਕਿਸੇ ਕੰਮ ਉੱਤੇ ਜਿੰਨੇ ਕਿੱਤਿਆਂ ਦੀ ਲੋੜ ਹੁੰਦੀ ਹੈ ਜੇਕਰ ਉਸ ਤੋਂ ਵੱਧ ਕਿੱਤੇ ਲੱਗੇ ਗਏ ਹੋਣ ਤਾਂ ਕਿੱਤਿਆਂ ਦੀ ਬੇਰੁਜ਼ਗਾਰੀ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਿਹਾ ਜਾਂਦਾ ਹੈ ਛੁਪੀ ਹੋਈ ਬੇਰੁਜ਼ਗਾਰੀ, ਡਿਸਗਾਈਜ਼ਡ ਅਨਇੰਪਲੋਇਮੈਂਟ। ਠੀਕ ਹੈ ਨਾ, ਮੰਨ ਲਓ ਕਿਸੇ ਖੇਤ ਵਿੱਚ ਝੋਨਾ ਲਗਾਉਣ ਦੇ ਲਈ 10 ਵਿਅਕਤੀਆਂ ਦੀ ਜ਼ਰੂਰਤ ਆ, ਪਰ ਲੱਗੇ ਕਿੰਨੇ ਹੋਏ ਨੇ? 14 ਨੇ, ਤੇ ਜਿਹੜੇ 4 ਨੇ ਉਹ ਫਾਲਤੂ ਨੇ। ਠੀਕ ਹੈ ਨਾ, ਉਹਨਾਂ ਦੀ ਬੇਰੁਜ਼ਗਾਰੀ ਕੀ ਆ? ਅਨਇੰਪਲੋਇਮੈਂਟ, ਡਿਸਗਾਈਜ਼ਡ ਅਨਇੰਪਲੋਇਮੈਂਟ ਆ ਉਹ। ਠੀਕ ਹੈ ਨਾ, ਛੁਪੇ ਹੋਏ ਬੇਰੁਜ਼ਗਾਰ ਆ ਉਹ। ਠੀਕ ਹੈ ਨਾ, ਸਾਡਾ ਅਗਲਾ ਪ੍ਰਸ਼ਨ ਹੈ ਜੀ, ਛੁਪੀ ਹੋਈ ਬੇਰੁਜ਼ਗਾਰੀ ਕਿਸ ਤਰ੍ਹਾਂ ਦੇ ਦੇਸ਼ਾਂ ਵਿੱਚ ਵਧੇਰੇ ਪਾਈ ਜਾਂਦੀ ਹੈ? ਇਹ ਪਾਈ ਜਾਂਦੀ ਹੈ ਜੀ ਅਲਪ ਵਿਕਸਿਤ ਦੇਸ਼ ਜਿੱਥੇ ਵੱਧ ਪਾਪੂਲੇਸ਼ਨ ਹੁੰਦੀ ਹੈ, ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ, ਜਿਵੇਂ ਕਿ ਸਾਡਾ ਦੇਸ਼ ਹੋ ਗਿਆ ਇੰਡੀਆ, ਚਾਈਨਾ। ਠੀਕ ਹੈ, ਇਸ ਤਰ੍ਹਾਂ ਦੀਆਂ ਕੰਟਰੀਜ਼ ਦੇ ਵਿੱਚ ਜਿਹੜੀ ਆ ਛੁਪੀ ਹੋਈ ਬੇਰੁਜ਼ਗਾਰੀ ਵਧੇਰੇ ਪਾਈ ਜਾਂਦੀ ਆ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਜਦੋਂ ਲੋਕ ਮਜ਼ਦੂਰੀ ਦੀ ਵਰਤਮਾਨ ਦਰ 'ਤੇ ਕੰਮ ਕਰਨ ਦੇ ਇੱਛੁਕ ਹੋਣ ਅਤੇ ਉਹਨਾਂ ਨੂੰ ਕੰਮ ਮਿਲ ਵੀ ਜਾਵੇ ਤਾਂ ਇਹ ਅਰਥ ਸ਼ਾਸਤਰ ਵਿੱਚ ਕਿਹੜੀ ਹਾਲਤ ਹੈ? ਇਹ ਹੈ ਜੀ ਫੁੱਲ ਇੰਪਲੋਇਮੈਂਟ, ਪੂਰਨ ਰੁਜ਼ਗਾਰ। ਠੀਕ ਹੈ ਨਾ, ਇਹ ਵੈਸੇ ਕੰਡੀਸ਼ਨ ਪੋਸੀਬਲ ਨਹੀਂ ਆ, ਨੋਟ ਲਿਖਿਆ ਹੋਇਆ ਕਿ ਉਚਿਤ ਧਾਰਨਾ ਨਹੀਂ ਆ। ਇਹ ਅਜਿਹਾ ਕਦੇ ਵੀ ਨਹੀਂ ਹੁੰਦਾ ਕਿ ਸਾਡੀ ਇਕੋਨਮੀ ਦੇ ਵਿੱਚ ਸਾਰਿਆਂ ਨੂੰ ਰੁਜ਼ਗਾਰ ਮਿਲਿਆ ਹੋਵੇ, ਕਿਤੇ ਨਾ ਕਿਤੇ ਬੇਰੁਜ਼ਗਾਰੀ ਜਿਹੜੀ ਆ ਜ਼ਰੂਰ ਹੁੰਦੀ ਹੀ ਹੈ। ਠੀਕ ਹੈ, ਸਾਡਾ ਅਗਲਾ ਪ੍ਰਸ਼ਨ ਹੈ ਜੀ, ਉਹ ਬੇਰੁਜ਼ਗਾਰੀ ਜੋ ਮੌਸਮ, ਫੈਸ਼ਨ ਅਤੇ ਰੁਚੀ ਨਾਲ ਸੰਬੰਧੀ ਪ੍ਰਵਰਤਨਾਂ ਦੇ ਕਾਰਨ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਮੌਸਮੀ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ਠੀਕ ਹੈ ਨਾ, ਜਿਵੇਂ ਕਿ ਤੁਸੀਂ ਹੁਣ ਲਗਾ ਲਓ ਸਰਦੀਆਂ ਦੇ ਕਾਰਖਾਨਿਆਂ, ਜਿਹੜੇ ਸਰਦੀਆਂ ਦੇ ਕਾਰਖਾਨਿਆਂ ਵਿੱਚ ਜੋ ਲੋਕ ਕੰਮ ਕਰਦੇ ਸੀ ਉਹ ਗਰਮੀਆਂ ਵਿੱਚ ਕੀ ਆ? ਬੇਰੁਜ਼ਗਾਰ ਬੈਠੇ ਹੋਣਗੇ, ਸੋ ਉਹਨਾਂ ਦੀ ਬੇਰੁਜ਼ਗਾਰੀ ਕਿਹੜੀ ਆ? ਮੌਸਮੀ ਬੇਰੁਜ਼ਗਾਰੀ। ਠੀਕ ਹੈ ਨਾ, ਸਾਡਾ ਅਗਲਾ ਪ੍ਰਸ਼ਨ ਹੈ ਜੀ, ਕੀਮਤ ਪੱਧਰ ਵਿੱਚ ਹੋਣ ਵਾਲੇ ਲਗਾਤਾਰ ਅਤੇ ਬਹੁਤ ਜ਼ਿਆਦਾ ਵਾਧੇ ਨੂੰ ਕੀ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਹੈ? ਮੁਦਰਾਸਫੀਤੀ, ਇਨਫਲੇਸ਼ਨ ਕਿਹਾ ਜਾਂਦਾ ਹੈ। ਠੀਕ ਹੈ ਨਾ, ਇੱਥੇ ਯਾਦ ਰੱਖ ਲੈਣਾ ਕੀਮਤ ਵਿੱਚ ਇਕੱਲਾ ਵਾਧਾ ਨਹੀਂ, ਵੈਸੇ ਇੱਥੇ ਬਹੁਤ ਮਿਸਟੇਕ ਹੁੰਦੀ ਹੈ, ਕੀਮਤ ਵਿੱਚ ਵਾਧਾ ਨਹੀਂ, ਕੀਮਤ ਵਿੱਚ ਹੋਣ ਵਾਲਾ ਲਗਾਤਾਰ ਅਤੇ ਬਹੁਤ ਜ਼ਿਆਦਾ ਵਾਧਾ ਜਦੋਂ ਹੋਵੇ, ਠੀਕ ਹੈ, ਉਸ ਕੰਡੀਸ਼ਨ ਨੂੰ ਕੀ ਕਿਹਾ ਜਾਂਦਾ ਹੈ? ਮੁਦਰਾਸਫੀਤੀ, ਇਨਫਲੇਸ਼ਨ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 32 ਹੈ, ਸਾਲ 2012 ਵਿੱਚ ਮੁਦਰਾਸਫੀਤੀ ਦੀ ਦਰ ਕੀ ਸੀਗੀ? 6.6 ਸੀਗੀ। ਠੀਕ ਹੈ ਨਾ, ਮੁਦਰਾਸਫੀਤੀ ਦਾ ਰੇਟ ਕੀ ਸੀ ਉਸ ਵਕਤ? 2012 ਦੇ ਵਿੱਚ 6.6 ਸੀਗਾ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਉਹ ਸੰਖਿਆ ਜਿਸ ਰਾਹੀਂ ਇਹ ਪਤਾ ਲੱਗਦਾ ਹੈ ਕਿ ਇੱਕ ਖਾਸ ਵਰ੍ਹਾ, ਮੰਨ ਲਓ ਇਹਨੂੰ ਆਧਾਰ ਸਾਲ ਕਹਿੰਦੇ ਆ, ਠੀਕ ਹੈ, ਦੀ ਤੁਲਨਾ ਵਿੱਚ ਚਾਲੂ ਸਾਲ, ਜਿਹੜਾ ਚਾਲੂ ਸਾਲ ਮਤਲਬ ਜਿਹੜਾ ਕਰੰਟ ਈਅਰ ਹੈ, ਜਿਹੜਾ ਹੁਣ ਚੱਲ ਰਿਹਾ, ਦੀਆਂ ਔਸਤ ਕੀਮਤਾਂ ਵਿੱਚ ਕਿੰਨੇ % ਪਰਿਵਰਤਨ ਹੋਇਆ ਹੈ? ਠੀਕ ਹੈ ਨਾ, ਜਦੋਂ ਕੰਪੈਰੀਜ਼ਨ ਆਪਾਂ ਕਰਦੇ ਹਾਂ ਕਿ ਹਾਂ ਪਿਛਲੇ ਜਿਹੜੇ ਬੀਤੇ ਹੋਏ ਸਾਲ ਦਾ ਕੋਈ ਉਹਨਾਂ 'ਚ ਇੱਕ ਸਾਲ ਚੱਕ ਲਿਆ, ਠੀਕ ਹੈ ਨਾ, ਤੇ ਜਿਹੜਾ ਕਰੰਟ ਈਅਰ ਆ ਉਹਨਾਂ ਦੋਨੋਂ ਸਾਲਾਂ ਦੀਆਂ ਕੀਮਤਾਂ ਨੂੰ ਅਸੀਂ ਜਦੋਂ ਕੰਪੇਅਰ ਕਰਦੇ ਹਾਂ ਤਾਂ ਸਾਨੂੰ ਫਿਰ 1% ਪਤਾ ਲੱਗਦੀ ਹੈ ਕਿ ਕਿੰਨਾ % ਚੇਂਜ ਹੋਇਆ ਵਾ ਐਵਰੇਜ ਪ੍ਰਾਈਸਿਸ ਦੇ ਵਿੱਚ, ਤਾਂ ਫਿਰ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਕੀਮਤ ਸੂਚਕ ਕਹਿੰਦੇ ਆ। ਠੀਕ ਹੈ ਜੀ, ਸਾਡਾ ਅਗਲਾ ਪ੍ਰਸ਼ਨ ਹੈ ਜੀ 34, ਖਾਲੀ ਥਾਂ ਭਰੋ। ਜਦੋਂ ਮੰਗ ਗ੍ਰੇਟਰ ਦੈਨ ਪੂਰਤੀ ਹੋਵੇ, ਠੀਕ ਹੈ ਨਾ, ਜਦੋਂ ਮੰਗ ਜ਼ਿਆਦਾ ਹੋਵੇ ਪਰ ਪੂਰਤੀ ਘੱਟ ਹੋਵੇ ਤਾਂ ਵਸਤਾਂ ਦੀਆਂ ਕੀਮਤਾਂ ਕੀ ਹੁੰਦੀਆਂ ਨੇ? ਵੱਧਦੀਆਂ ਨੇ। ਠੀਕ ਹੈ ਨਾ, ਸਾਡਾ ਇੱਥੇ ਨੋਟ ਕਰ ਲੈਣਾ ਕਿ ਮੰਗ ਜਦੋਂ ਘੱਟ ਹੋਵੇ, ਠੀਕ ਹੈ ਨਾ, ਮੰਗ ਲੈਸ ਦੈਨ ਪੂਰਤੀ ਤਾਂ ਕੀਮਤਾਂ ਕੀ ਹੋਣਗੀਆਂ? ਘੱਟ ਹੋਣਗੀਆਂ। ਇਹਦੀ ਐਗਜ਼ਾਮਪਲ ਤੁਸੀਂ ਸੌਖਿਆ ਹੀ ਇਕੋਨਮੀ ਦੇ ਵਿੱਚ ਦੇਖ ਸਕਦੇ ਆ, ਜਦੋਂ ਕਣਕ ਮੀਂਹ ਵਗੈਰਾ ਪੈਣ ਦੇ ਨਾਲ ਖਰਾਬ ਹੋ ਜਾਂਦੀ ਆ, ਠੀਕ ਹੈ ਨਾ, ਤੇ ਕਣਕ ਦੀ ਜਿਹੜੀ ਸਪਲਾਈ ਹੁੰਦੀ ਆ, ਕਣਕ ਦੀ ਮਾਤਰਾ ਜਿਹੜੀ ਹੁੰਦੀ ਆ ਉਹ ਇਕੋਨਮੀ 'ਚ ਘੱਟ ਹੁੰਦੀ ਆ, ਪਰ ਜਿਹੜੀ ਉਹਦੀ ਡਿਮਾਂਡ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ, ਸੋ ਦੈਟਸ ਵਾਈ ਜਿਹੜਾ ਕਣਕ ਦਾ ਪ੍ਰਾਈਸ ਹੁੰਦਾ ਆ ਉਹ ਇਨਕਰੀਜ਼ ਹੋ ਜਾਂਦਾ ਹੈ। ਠੀਕ ਹੈ ਨਾ, ਉਹਦੀ ਕੀਮਤ ਜਿਹੜੀ ਆ ਵੱਧ ਜਾਂਦੀ ਆ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਜਨਤਾ ਕੋਲ ਕਰੰਸੀ ਅਤੇ ਬੈਂਕ ਦੀ ਜਮ੍ਹਾਂ ਰਾਸ਼ੀ ਤੋਂ ਭਾਵ ਹੈ, ਮਤਲਬ ਜਨਤਾ ਕੋਲ ਜੋ ਕਰੰਸੀ ਹੈ ਜਾਂ ਬੈਂਕਾਂ ਵਿੱਚ ਜੋ ਜਮ੍ਹਾਂ ਰਾਸ਼ੀ ਹੈ ਉਹ ਕੀ ਹੈ? ਉਹ ਹੈ ਮੁਦਰਾ ਦੀ ਪੂਰਤੀ, ਮਤਲਬ ਸਪਲਾਈ ਆਫ ਮਨੀ ਹੈ। ਠੀਕ ਹੈ, 36 ਪ੍ਰਸ਼ਨ ਹੈ,
ਨੋਟ ਅਤੇ ਸਿੱਕੇ ਮੁਦਰਾ ਦੀ ਪੂਰਤੀ ਦੇ ਕਿਸ ਅੰਸ਼ ਵਿੱਚ ਸ਼ਾਮਲ ਹਨ? ਕਰੰਸੀ ਵਿੱਚ, ਠੀਕ ਹੈ ਨਾ, ਇਹਨਾਂ ਨੂੰ ਕਰੰਸੀ ਦੇ ਰੂਪ ਵਿੱਚ ਲਿਆ ਜਾਂਦਾ ਹੈ। ਫਿਰ ਹੈ ਜੀ ਅਗਲਾ ਪ੍ਰਸ਼ਨ, ਬੈਂਕ ਜਮ੍ਹਾਂ ਕਿੰਨੇ ਤਰ੍ਹਾਂ ਦੀ ਹੁੰਦੀ ਹੈ? 2 ਤਰ੍ਹਾਂ ਦੀ ਹੁੰਦੀ ਹੈ, ਮਿਆਦੀ ਜਮ੍ਹਾਂ ਟਾਈਮ ਡਿਪੋਜ਼ਿਟ ਔਰ ਮੰਗ ਜਮ੍ਹਾਂ ਡਿਮਾਂਡ ਡਿਪੋਜ਼ਿਟ। ਠੀਕ ਹੈ ਜੀ। ਪ੍ਰਸ਼ਨ ਨੰਬਰ 38, ਇੱਕ ਖਾਤੇਦਾਰ ਆਪਣੀ ਇੱਛਾ ਅਨੁਸਾਰ ਬੈਂਕ ਵਿੱਚ ਰੱਖੀ ਰਕਮ ਕਢਵਾ ਸਕਦਾ ਹੈ। ਇਹ ਕੀ ਹੁੰਦੀ ਹੈ? ਡਿਮਾਂਡ ਡਿਪੋਜ਼ਿਟ ਮੰਗ ਜਮ੍ਹਾਂ। ਠੀਕ ਹੈ ਨਾ, ਕਦੋਂ ਵੀ ਕਢਵਾ ਸਕਦਾ ਹੈ। ਠੀਕ ਹੈ, ਜਿੱਦਾਂ ਅਸੀਂ ਆਮ ਰੂਟੀਨ ਦੇ ਵਿੱਚ ਕਰਦੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਹਰੇਕ ਦੇਸ਼ ਦੀ ਸਰਕਾਰ ਹਰ ਸਾਲ ਆਪਣੀ ਪ੍ਰਸਤਾਵਿਤ ਆਮਦਨ ਅਤੇ ਖਰਚ ਦਾ ਬਿਊਰਾ ਪੇਸ਼ ਕਰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਿਹਾ ਜਾਂਦਾ ਹੈ ਗਵਰਨਮੈਂਟ ਬਜਟ। ਠੀਕ ਹੈ ਨਾ, ਸਰਕਾਰੀ ਬਜਟ ਕਿਹਾ ਜਾਂਦਾ ਹੈ। ਠੀਕ ਹੈ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਭਾਰਤ ਸਰਕਾਰ ਹਰ ਸਾਲ ਸਰਕਾਰੀ ਬਜਟ ਕਿਸ ਸਦਨ ਵਿੱਚ ਪੇਸ਼ ਕਰਦੀ ਹੈ? ਇਹ ਕਰਦੀ ਹੈ ਜੀ ਲੋਕ ਸਭਾ ਵਿੱਚ। ਠੀਕ ਹੈ ਜੀ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਸਰਕਾਰੀ ਬਜਟ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਤਿੰਨ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਆ। ਸਰਕਾਰੀ ਬਜਟ 3 ਤਰ੍ਹਾਂ ਦਾ ਹੁੰਦਾ ਆ। ਸਾਡਾ ਅਗਲਾ ਪ੍ਰਸ਼ਨ ਹੈ ਜੀ 42, ਜਦੋਂ ਸਰਕਾਰ ਦੀ ਆਮਦਨ ਤੇ ਖਰਚ ਬਰਾਬਰ ਹੋਣ ਤਾਂ ਬਜਟ ਦੀ ਕਿਸਮ ਹੈ। ਠੀਕ ਹੈ ਨਾ, ਇਹ ਕਿਹੜੀ ਕਿਸਮ ਹੁੰਦੀ ਆ? ਬੈਲੈਂਸਡ ਬਜਟ, ਸੰਤੁਲਿਤ ਬਜਟ ਹੁੰਦਾ ਆ। ਠੀਕ ਹੈ ਨਾ, ਇਹ ਵੈਸੇ ਕੰਡੀਸ਼ਨ ਬਹੁਤ ਘੱਟ ਪਾਈ ਜਾਂਦੀ ਆ ਖਾਸ ਤੌਰ 'ਤੇ ਆਪਣੇ ਦੇਸ਼ ਵਿੱਚ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਸਰਕਾਰ ਦੀ ਆਮਦਨ ਜਦੋਂ ਗ੍ਰੇਟਰ ਦੈਨ ਸਰਕਾਰ ਦੇ ਖਰਚ ਹੋਵੇ ਤਾਂ ਬਜਟ ਦੀ ਕਿਸਮ ਕਿਹੜੀ ਹੁੰਦੀ ਆ? ਇਹ ਹੁੰਦੀ ਹੈ ਜੀ ਬਚਤ ਦਾ ਬਜਟ। ਠੀਕ ਹੈ ਨਾ, ਸਰਪਲਸ ਬਜਟ। ਠੀਕ ਹੈ ਨਾ, ਜਦੋਂ ਆਮਦਨ ਤਾਂ ਜ਼ਿਆਦਾ ਹੋਵੇ ਸਰਕਾਰ ਦੀ ਤਾਂ ਪਰ ਸਰਕਾਰ ਦੇ ਖਰਚ ਘੱਟ ਹੋਏ ਹੋਣ। ਠੀਕ ਹੈ ਨਾ, ਇਹ ਵੀ ਕੰਡੀਸ਼ਨ ਜਿਹੜੀ ਆ ਘੱਟ ਹੀ ਦੇਖਣ ਨੂੰ ਮਿਲਦੀ ਆ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਸਰਕਾਰ ਦੀ ਆਮਦਨ ਲੈਸ ਦੈਨ ਸਰਕਾਰ ਦੇ ਖਰਚ। ਠੀਕ ਹੈ ਨਾ, ਇਹ ਕੀ ਇਹ ਬਜਟ ਦੀ ਕਿਹੜੀ ਕਿਸਮ ਹੈ? ਇਹ ਹੈ ਜੀ, ਸੌਰੀ ਮਾਫ ਕਰਨਾ ਮੈਂ ਇੱਥੇ ਲਿਖਣਾ ਭੁੱਲ ਗਈ, ਇਹ ਹੈ ਜੀ ਘਾਟੇ ਦਾ ਬਜਟ। ਠੀਕ ਹੈ ਨਾ, ਘਾਟੇ ਦਾ ਬਜਟ। ਇਹ ਆਮ ਤੌਰ 'ਤੇ ਕੰਡੀਸ਼ਨ ਜਿਹੜੀ ਆ ਅੰਡਰ ਡਿਵੈਲਪ ਕੰਟਰੀਜ਼ ਵਿੱਚ ਪਾਈ ਜਾਂਦੀ ਹੈ, ਜਿੱਦਾਂ ਕਿ ਸਾਡੇ ਇੰਡੀਆ ਵਿੱਚ ਘਾਟੇ ਦਾ ਬਜਟ ਹੀ ਪਾਇਆ ਜਾਂਦਾ। ਸਾਡੀ ਸਰਕਾਰ ਦੀ ਆਮਦਨ ਘੱਟ ਹੁੰਦੀ ਹੈ, ਸੋਰਸ ਆਫ ਇਨਕਮ ਘੱਟ ਹੁੰਦੇ ਆ, ਬਟ ਜਿਹੜੇ ਸਰਕਾਰ ਦੇ ਐਕਸਪੈਂਡੀਚਰ ਹੁੰਦੇ ਆ, ਖਰਚ ਹੁੰਦੇ ਆ, ਉਹ ਬਹੁਤ ਜ਼ਿਆਦਾ ਹੁੰਦੇ ਆ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਅਗਲੀਆਂ ਵੀਡੀਓਜ਼ ਵੀ ਜਿਹੜੀਆਂ ਆ ਉਹ ਮਿਲਦੀਆਂ ਰਹਿਣ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।